उड़ीका 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 ते आउणियां उड़ीका 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 ते आउणियां उड़ीका 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 ते आउणियां उड़ीका 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 ते आउणियां। मैं अनीता पाल लेके हाजिर हाँ आप जी दा मनपसंद प्रोग्राम उड़ीका। जिवें कि तुसी जानदे ही हो असी हमेशा ही नवे चेहरे दे नाल रूबरू हुंदे हां ते अज आजाद रंगमंच कला भवन फगवाड़ा दे वेड़े विच पहुंचे ने प्रसिद्ध लेखक संजीव शर्मा जी। संजीव शर्मा जी तुहाडा साडे स्टूडियो उड़ीका प्रोग्राम दे विच आउण ते बहुत बहुत स्वागत है जी। मैं धन्नवाद करदा जी मैनू इस प्रोग्राम च बुलाने लई बंसल साहब जी दा और मेरे बहुत प्यारे मित्र उगे प्रमोटर जनाब दिलबहार शौकत जी दा जिन्हां ने दर्शਕਾਂ ਦੇ ਨਾਲ ਮੈਨੂੰ ਅੱਜ ਰੂਬਰੂ ਕਰਾਇਆ ਤੁਹਾਡੇ ਰੰਗਮੰਚ ਤੇ ਆਉਣ ਦਾ ਮੈਨੂੰ ਮੌਕਾ ਦਿੱਤਾ। जी संजीव शर्मा जी ਤੁਸੀਂ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਜਾਂ ਕੁਝ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨਾਲ ਕੁਝ ਗੱਲਾਂ ਸ਼ੇਅਰ ਕਰੋ ਜੀ। ਹਾਂਜੀ ਮੇਰਾ ਪਿੰਡ ਕੋਟਫਤੂਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜੀ ਤੇ ਮੇਰੇ ਪਰਿਵਾਰ ਦੇ ਵਿੱਚ ਸਾਡੇ ਮੰਮੀ ਪਾਪਾ ਨਹੀਂ ਹੈਗੇ, ਦੋਨੋਂ ਐਕਸਪਾਇਰ ਹੋ ਚੁੱਕੇ ਨੇ ਜੀ ਤੇ ਪਰਿਵਾਰ ਦੇ ਵਿੱਚ ਅਸੀਂ 4 ਭੈਣ ਭਰਾ, 2 ਭੈਣਾਂ ਨੇ ਤੇ ਛੋਟਾ ਬ੍ਰਦਰ ਹੈਗਾ ਜੀ ਜੀ। ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਸਕੂਲ ਬਾਰੇ ਸਟੱਡੀ ਲਾਈਫ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਜੀ। ਸਟੱਡੀ ਮੈਂ ਦੇਖੋ +2 ਗਵਰਨਮੈਂਟ ਸਕੂਲ ਕੋਟਫਤੂਈ ਤੋਂ ਹੀ ਕੀਤੀ ਹੈ। ਜੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਫਗਵਾੜੇ ਤੋਂ ਗੁਰੂ ਨਾਨਕ ਕਾਲਜ ਸੁਖਚੈਨਾ ਸਾਹਿਬ ਤੋਂ ਕੀਤੀ ਹੈ। ਜੀ ਸੰਜੀਵ ਜੀ ਤੁਸੀਂ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ, ਤੁਹਾਨੂੰ ਇਹ ਸ਼ੌਂਕ ਕਿਵੇਂ ਪੈਦਾ ਹੋਇਆ? ਦੇਖੋ ਲਿਖਣ ਦਾ ਇਸ ਤਰ੍ਹਾਂ ਹੈ ਕਿ ਮਤਲਬ ਜਦੋਂ ਪੜ੍ਹਦੇ ਸੀ ਤਾਂ ਉਦੋਂ ਹੀ ਸ਼ੌਕ ਸੀਗਾ ਲਿਖਣ ਦਾ, ਪਰ ਉਦੋਂ ਇੰਨਾ ਮਤਲਬ ਸੇਧ ਨਹੀਂ ਸੀਗੀ ਕਿ ਕੀ ਲਿਖਣਾ ਕਿਸ ਤਰ੍ਹਾਂ ਲਿਖਣਾ, ਤੇ ਜੋ ਲਾਈਨਾਂ ਦਿਮਾਗ 'ਚ ਆਉਂਦੀਆਂ ਸੀ ਉਹ ਲਿਖਦੇ ਰਹਿੰਦੇ ਸੀਗੇ। ਹੋਰ ਹੋਣਹਾਰ ਬਿਰਵਾਨ ਕੇ ਹੋਰ ਚਿਕਨੇ ਪਾਤ ਜੀ ਜੀ ਸ਼ੁਰੂ ਤੋਂ ਹੀ ਆਪਾਂ ਲਿਖਣਾ ਸ਼ੁਰੂ ਕਰ ਦਿੱਤਾ, ਛੋਟਾ ਛੋਟਾ ਜੀ। ਚਾਹੇ ਜਿੱਦਾਂ ਦਾ ਵੀ ਲਿਖਿਆ। ਬਿਲਕੁਲ ਜੀ ਤੁਸੀਂ ਪਹਿਲੀ ਕਿਹੜੀ ਲਾਈਨਾਂ ਸੀ ਜਾਂ ਕਵਿਤਾ ਸੀ ਜਿਹੜੀ ਤੁਸੀਂ ਲਿਖੀ ਸੀ? ਬਹੁਤ ਸਾਰੀਆਂ ਲਾਈਨਾਂ ਹੈਗੀਆਂ ਜਿਹੜੀਆਂ ਮਤਲਬ ਸਟਾਰਟਿੰਗ 'ਚ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਅਕੋਰਡਿੰਗ ਅਸੀਂ ਲਿਖਦੇ ਹਾਂ। ਜੀ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਲਾਈਨਾਂ ਸ਼ੇਅਰ ਕਰੋਗੇ ਜੀ? ਜੀ ਮੈਂ ਤੁਹਾਡੇ ਨਾਲ ਕੁਝ ਲਾਈਨਾਂ ਸ਼ੇਅਰ ਕਰ ਲੈਣਾ। ਜੀ ਸੋ ਦੇਖੋ ਅਸੀਂ ਸਭ ਤੋਂ ਪਹਿਲਾਂ ਘਰ 'ਚ ਰਹਿੰਦੇ ਆ ਤੇ ਮੈਂ ਜੀ। ਚਾਹਨਾ ਕਿ ਮਤਲਬ ਘਰ ਉੱਤੇ ਇੱਕ ਬੰਦੇ ਦਾ ਰਿਸ਼ਤਾ ਉਸੇ ਤਰ੍ਹਾਂ ਹੁੰਦਾ ਜਿੱਦਾਂ ਸਾਡੇ ਬਾਕੀ ਰਿਸ਼ਤੇ ਹੁੰਦੇ ਆ। ਜੀ ਹਾਂਜੀ ਹਰ ਬੰਦੇ ਦਾ ਆਪਣੇ ਘਰ ਦੇ ਨਾਲ ਪਿਆਰ ਹੈ। ਸੋ ਮੈਂ ਘਰ ਦੇ ਤੇ ਲਿਖੀ ਹੋਈ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਜ਼ਰੂਰ ਜੀ। ਕਿ ਇੱਕ ਘਰ ਕੀ ਮਹਿਸੂਸ ਕਰਦਾ ਸਾਡੇ ਲਈ। ਜੀ ਸੋ ਕਵਿਤਾ ਹੈ ਕਿ ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਮੇਰੇ ਅੱਗੇ ਤੂੰ ਹੋਇਆ ਬਣ ਕੇ ਤਬਾਹ। ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਮੇਰੇ ਅੱਗੇ ਤੂੰ ਹੋਇਆ ਬਣ ਕੇ ਤਬਾਹ। ਚੰਦ ਸਿੱਕਿਆਂ ਦੀ ਇਹ ਖੇਡ ਸੱਜਣਾ, ਦਿਨ ਫਿਰਦੇ ਤੇ ਹੁੰਦੇ ਰਿਸ਼ਤੇ ਫਨਾ। ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਮੇਰੇ ਅੱਗੇ ਤੂੰ ਹੋਇਆ ਬਣ ਕੇ ਤਬਾਹ। ਵਾਹ ਜੀ ਵਾਹ। ਮੈਂ ਤੇਰੇ ਦੁੱਖ ਸੁੱਖ ਦਾ ਗਵਾਹ। ਜੀ। ਇੱਕ ਘਰ ਕਹਿ ਰਿਹਾ ਹੈ ਇੱਕ ਇਨਸਾਨ ਨੂੰ। ਘਰ ਦੇ ਲਫ਼ਜ਼ ਹੈ, ਇੱਕ ਜੀ। ਆਪਣੇ ਘਰ ਦੇ ਓਨਰ ਵਾਸਤੇ, ਜੀ। ਮਾਲਕ ਵਾਸਤੇ। ਕਹਿੰਦਾ ਮੈਂ ਜਾਣਦਾ ਹਾਂ ਤੇਰੇ ਦਿਲ ਚੰਗੇ ਨੂੰ, ਮੈਂ ਜਾਣਦਾ ਹਾਂ ਤੇਰੇ ਦਿਲ ਚੰਗੇ ਨੂੰ, ਕਿੰਜ ਲੋਕਾਂ ਨੇ ਤੇਰੀ ਬਣਾ ਦਿੱਤੀ ਅਫਵਾਹ। ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਮੇਰੇ ਅੱਗੇ ਤੂੰ ਹੋਇਆ ਬਣ ਕੇ ਤਬਾਹ। ਵਾਹ ਜੀ ਕਹਿੰਦਾ ਲੋੜੀਆਂ ਦੀਵਾਲੀਆਂ ਸਰਗੀਆਂ ਦੇ ਚਾਅ, ਲੋੜੀਆਂ ਦੀਵਾਲੀਆਂ ਸਰਗੀਆਂ ਦੇ ਚਾਅ, ਵੇਖਿਆ ਨਾ ਜਾਵੇ ਹੁਣ ਗਮਾਂ ਨਾਲ ਵਿਆਹ। ਤੇਰੀ ਖੁਸ਼ੀ ਨਾਲ ਖੁਸ਼ੀ, ਤੇਰੇ ਹੰਝੂਆਂ 'ਚ ਹੰਝੂ, ਤੇਰੀ ਖੁਸ਼ੀ ਨਾਲ ਖੁਸ਼ੀ, ਤੇਰੇ ਹੰਝੂਆਂ 'ਚ ਹੰਝੂ, ਵੇਖੀਆਂ ਨੇ ਪੀੜੀਆਂ ਮੈਂ ਹੁੰਦੇ ਪੁਰਖੇ ਸਵਾ। ਵਾਹ ਜੀ। ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਵਾਹ ਜੀ ਵਾਹ। ਮੇਰੇ ਘਰ ਵੀ ਅੱਗੇ ਦੁੱਖ ਦੇ ਨਾਲ ਦੁਖੀ ਹੈ, ਸੁਖੀ ਦੇ ਨਾਲ ਸੁਖੀ ਤੂੰ ਹੋਇਆ ਬਣ ਕੇ ਤਵਾ। ਵਾਹ ਹਾਂਜੀ ਜੀ ਵਾਹ। ਕਹਿੰਦਾ ਤੇਰੀ ਖਾਮੋਸ਼ੀ ਤੋਂ ਡਰ ਲੱਗਦਾ ਹੈ, ਤੇਰੀ ਖਾਮੋਸ਼ੀ ਤੋਂ ਡਰ ਲੱਗਦਾ ਹੈ, ਸੱਪ ਡੰਗ ਗਿਆ ਜਿਵੇਂ ਕੋਈ ਕਾਲਾ ਸਿਆ, ਜਜ਼ਬਾਤੀ ਹੋ ਗਿਆ ਹਾਂ ਅੱਜ ਇਹ ਕਰ, ਜਜ਼ਬਾਤੀ ਹੋ ਗਿਆ ਹਾਂ ਅੱਜ ਇਹ ਕਰ,
ਤੇਰੇ ਸਾਹਾਂ ਦੇ ਨਾਲ ਜੋ ਲੈਂਦਾ ਰਿਹਾ ਹਾਂ ਸਾਹ, ਟੁੱਟ ਚੁੱਕਾ ਹਾਂ ਅੰਦਰੋਂ ਅੰਦਰੀ, ਹੁਣ ਕੋਈ ਤਾਂ ਸੰਜੀਵ ਮੈਨੂੰ ਦਿਓ ਢਾ, ਮੈਂ ਹਾਂ ਤੇਰੇ ਦੁੱਖ ਸੁੱਖ ਦਾ ਗਵਾਹ, ਮੇਰੇ ਅੱਗੇ ਤੂੰ ਹੈ ਬਣ ਕੇ ਤਬਾਹ। ਵਾਹ ਜੀ ਵਾਹ, ਬਹੁਤ ਖੂਬ ਜੀ। ਸੰਜੀਵ ਜੀ, ਤੁਹਾਡੀ ਕਲਮ ਨੇ ਘਰ ਦੇ ਜਿਹੜੇ ਵਿਚਾਰ ਨੇ, ਜੀ। ਉਹਦੇ ਆਪਣੀ ਭਾਵੁਕਤਾ, ਜਿਹੜੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਨੇ, ਤੁਸੀਂ ਉਹਨਾਂ ਨੂੰ ਆਪਣੀ ਪੈਨਸਿਲ ਦੇ ਨਾਲ, ਕਲਮ ਦੇ ਨਾਲ ਉਕੇਰ ਦਿੱਤਾ ਹੈ, ਜੇ ਕਿ ਬਹੁਤ ਹੀ ਵਧੀਆ ਲੱਗਾ। ਹਾਂਜੀ ਬਿਲਕੁਲ, ਇੱਕ ਸੇਧ ਲਈ ਆਪਾਂ ਕੋਈ ਵੀ ਕਲਾ, ਕਿਸੇ ਵੀ ਆਪਾਂ ਖੇਤਰ 'ਚ ਜਾਈਏ ਜੀ ਤੇ ਉੱਥੇ ਸਾਨੂੰ ਕਿਸੇ ਨਾ ਕਿਸੇ ਉਸਤਾਦ ਦਾ ਸਹਾਰਾ ਲੈਣਾ ਪੈਂਦਾ ਜੀ ਤੇ ਅਗਰ ਚੰਗੇ ਉਸਤਾਦ ਮਿਲ ਜਾਣ ਤੇ ਕੀ ਬਾਤ ਹੈ। ਜੀ ਸੋ ਮੇਰੇ ਉਸਤਾਦ ਜਨਾਬ ਸੰਜੀਵਾਨੰਦ ਜੀ ਦਿੱਲੀ ਵਾਲੇ ਜੀ ਬਹੁਤ ਅੱਛੇ ਸ਼ਾਇਰ ਨੇ, ਬਹੁਤ ਅੱਛੇ ਗੀਤਕਾਰ ਨੇ, ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਤੁਸੀਂ ਸੁਣੇ ਹੋਣਗੇ। ਜੀ ਮਤਲਬ ਕੋਈ ਵੀ ਐਸਾ ਪੰਜਾਬੀ ਸਿੰਗਰ ਨਹੀਂ ਹੈ ਜਿਨ੍ਹਾਂ ਨੇ ਉਹਨਾਂ ਨੂੰ ਨਹੀਂ ਗਾਇਆ। ਜੀ ਹਾਂਜੀ, ਉਹ ਜੀ। ਬਹੁਤ ਹੀ ਫੇਮਸ ਸ਼ਾਇਰ ਨੇ ਜੀ। ਜੀ। ਹਾਂਜੀ ਸੰਜੀਵ ਜੀ, ਤੁਹਾਡੇ ਅੱਜ ਤੱਕ ਕਿੰਨੇ ਕੁ ਗੀਤ ਰਿਕਾਰਡ ਹੋ ਚੁੱਕੇ ਨੇ? ਮੇਰੇ ਕੁਝ ਗੀਤ ਹੈਗੇ ਨੇ ਜੋ ਰਿਕਾਰਡਡ ਹੈਗੇ ਨੇ, ਜੀ ਜਿਨ੍ਹਾਂ 'ਚ ਸਿਮਰਪ੍ਰੀਤ ਲੁਧਿਆਣੇ ਤੋਂ ਨੇ ਸਿੰਗਰ, ਉਹਨਾਂ ਦਾ ਨਸੀਬ ਨਸੀਬ ਗਾਣਾ ਬਹੁਤ ਜੀ ਚੱਲਿਆ ਕਾਫੀ ਸੀ। ਪਪੂਲਰ ਹੋਇਆ ਸੀ ਇਹ ਜੀ song। ਜੀ। ਜੀ ਤੇ ਸਲਾਮਤ ਅਲੀ ਜੀ, ਸਰਦਾਰ ਅਲੀ ਜੀ, ਜੀ ਤੇ ਉਹਨਾਂ ਨਾਲ ਕੁਝ ਪ੍ਰੋਜੈਕਟ ਨਵੇਂ ਕੀਤੇ ਨੇ ਜੋ ਜੀ। ਹਜੇ ਮਾਰਕੀਟ 'ਚ ਨਹੀਂ ਆਏ, ਪਰ ਜਲਦੀ ਜੀ। ਸਭ ਨੂੰ ਸੁਣਨ ਵਾਸਤੇ ਜੀ ਮਿਲਣਗੇ। ਜ਼ਰੂਰ ਜੀ। ਤੁਹਾਡੇ ਲਿਖਣ ਕਲਾ ਦੇ ਖੇਤਰ ਦੇ ਵਿੱਚ ਇਹੋ ਜਿਹੇ ਕਿਹੜੇ ਸਹਿਯੋਗੀ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋ ਸਾਡੇ ਦਰਸ਼ਕਾਂ ਦੇ ਸਾਹਮਣੇ? ਦੇਖੋ, ਕਿਸੇ ਵੀ ਕਲਾ ਨੂੰ ਪ੍ਰੋਤਸਾਹਿਤ ਕਰਨ ਲਈ ਬਹੁਤ ਸਾਰੇ ਲੋਕ ਹੁੰਦੇ ਆ। ਜੀ ਸੋ ਮੈਂ ਨਾਮ ਲੈਣਾ ਚਾਹਾਂਗਾ ਸਾਬੀ ਇਸਪੁਰੀ ਜੀ ਦਾ, ਜੀ ਸਾਡੇ ਏਰੀਏ ਦੇ, ਸਾਡੇ ਨੇੜੇ ਤੋਂ ਆ ਤੇ ਉਹਨਾਂ ਦੇ ਬਹੁਤ ਸਾਰੇ ਗਾਣੇ ਤੁਸੀਂ ਸੁਣੇ ਹੋਣਗੇ। ਜੀ। ਉਹਨਾਂ ਦਾ ਬਹੁਤ ਸਹਿਯੋਗ ਰਿਹਾ ਹੈ ਕਿ ਉਹਨਾਂ ਨੇ ਮੈਨੂੰ ਇਸ ਲਾਈਨ ਵੱਲ ਪ੍ਰੇਰਿਤ ਕੀਤਾ ਕਿ ਮੈਂ ਲਿਖ ਸਕਾਂ। ਜੀ ਇਸੇ ਤਰ੍ਹਾਂ ਮੇਰੇ ਦੋਸਤ ਨੇ ਜਨਾਬ ਦਿਲਬਹਾਰ ਸ਼ੌਕਤ ਜੀ, ਜੀ ਤੇ ਉਹਨਾਂ ਦੇ ਪਿਤਾ ਜੀ ਨੂੰ ਅਸੀਂ ਪੜ੍ਹਦੇ ਰਹੇ ਹਾਂ। ਜੀ ਉਹਨਾਂ ਨੂੰ ਸਭ ਹਰ ਕੋਈ ਉਸਤਾਦ ਜਾਣਦਾ ਹੈ। ਜਨਾਬ ਉਸਤਾਦ ਸ਼ੌਕਤ ਸ਼ੌਕਤ ਟਲਵਾੜੀ ਜੀ। ਅਲੀ ਟਲਵਾੜੀ ਜੀ। ਜੀ ਸੋ ਇਹ ਸਾਰੇ ਲੋਕ ਨੇ ਜੀ ਤੁਹਾਡੇ ਸਹਿਯੋਗੀ ਰਹੇ ਨੇ। ਜੀ ਬਿਲਕੁਲ ਬਿਲਕੁਲ, ਜੀ। ਇਹਨਾਂ ਨੂੰ ਪੜ੍ਹ ਕੇ ਲਿਖਣਾ ਸਟਾਰਟ ਕੀਤਾ ਹੈ। ਜੀ ਸੰਜੀਵ ਜੀ, ਤੁਹਾਡੀ ਕਿੰਨੀਆਂ ਕੁ ਕਿਤਾਬਾਂ ਛਪ ਚੁੱਕੀਆਂ ਨੇ ਜਿਹੜੀ ਦਰਸ਼ਕਾਂ ਨੂੰ ਪੜ੍ਹਨ ਨੂੰ ਮਿਲ ਚੁੱਕੀਆਂ ਨੇ? ਬਹੁਤ ਸਾਰੀਆਂ ਕਿਤਾਬਾਂ ਨੇ ਮਾਰਕੀਟ 'ਚ, ਤੁਸੀਂ ਪੜ੍ਹ ਸਕਦੇ ਹੋ, ਜਿਵੇਂ ਪੱਥਰਾਂ ਦਾ ਸ਼ਹਿਰ। ਜੀ ਇਹ ਮੇਰੀ ਪਹਿਲੀ ਕਿਤਾਬ ਸੀ ਔਰ ਇਹ ਹਾਈਕਿਊ ਦੇ ਵਿੱਚ ਲਿਖੀ ਹੈ, ਜੋ ਕਿ ਕਵਿਤਾ ਦੀ ਸਭ ਤੋਂ ਛੋਟੀ ਵਿਧਾ ਹੁੰਦੀ ਹੈ। ਜੀ ਪੱਥਰਾਂ ਦਾ ਸ਼ਹਿਰ ਹੈ। ਇਸੇ ਤਰ੍ਹਾਂ ਸਾਡਾ ਕਾਵਿ ਸੰਗ੍ਰਹਿ ਸੀਗਾ ਵੰਜਲੀ, ਜੀ ਔਰ ਮਾਰੂਥਲ ਦੀ ਭਾਸ਼ਾ, ਜੀ ਮਤਵਾਲਾ ਕਮਲ, ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ। ਜੀ 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 ਸੰਜੀਵ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਅਗਲੀ ਕਵਿਤਾ ਕਿਹੜੀ ਸੁਣਾਉਣ ਜਾ ਰਹੇ ਹੋ ਜੀ? ਇੱਕ ਕਵਿਤਾ ਮੈਂ ਤੁਹਾਨੂੰ ਸੁਣਾਉਣਾ ਕਿ ਪਹਿਲਾਂ ਮੈਂ ਘਰ ਬਾਰੇ ਦੱਸਿਆ ਤੁਹਾਨੂੰ ਕਿ ਘਰ 'ਚ ਅਸੀਂ ਰਹਿੰਦੇ, ਘਰ ਤੋਂ ਹੀ ਸਟਾਰਟ ਕੀਤਾ। ਜੀ ਹਾਂਜੀ। ਸੋ ਇਸੇ ਤਰ੍ਹਾਂ ਘਰ 'ਚ ਅਸੀਂ ਬਹੁਤ ਸਾਰੇ ਰਿਸ਼ਤੇ ਦੇਖਦੇ ਹਾਂ। ਇੱਕ ਮਾਂ ਧੀ ਦਾ ਰਿਸ਼ਤਾ, ਜੀ ਹਾਂਜੀ। ਸੋ ਉਹਦੇ ਬਾਰੇ ਮੈਂ ਤੁਹਾਨੂੰ ਚੰਦ ਲਾਈਨਾਂ ਸੁਣਾ ਦਿੰਦਾ। ਹਾਂ ਜੀ ਜ਼ਰੂਰ ਜੀ। ਮਾਂ ਬੇਟੀ ਦਾ ਰਿਸ਼ਤਾ ਕਿ ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਹਣੀ। ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਹਣੀ, ਬਿਨਾਂ ਤੇਰੇ ਕੀ ਹੈ ਮੇਰੀ ਕਹਾਣੀ। ਜਦੋਂ ਦੀ ਜਨਮੀ ਨਾਜ਼ਾਂ ਨਾਲ ਪਾਲੀ, ਜਦੋਂ ਦੀ ਜਨਮੀ ਨਾਜ਼ਾਂ ਨਾਲ ਪਾਲੀ, ਬਣਾ ਕੇ ਰੱਖਿਆ ਸੀ ਮੈਨੂੰ ਤੂੰ ਰਾਣੀ। ਉਂਗਲੀ ਲਾ ਕੇ ਤੁਰਨਾ ਸਿਖਾਇਆ, ਉਂਗਲੀ ਲਾ ਕੇ ਤੁਰਨਾ ਸਿਖਾਇਆ, ਗੁੜਤੀ ਤੇਰੀ ਦੀ ਕੋਈ ਗੱਲ ਭੁਲਾਈ ਨਹੀਂ ਜਾਣੀ। ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਹਣੀ। ਚੰਗੀ ਸਿੱਖਿਆ ਸੰਸਕਾਰਾਂ ਨਾਲ ਮੇਰੀ ਝੋਲੀ ਭਰਤੀ, ਚੰਗੀ ਸਿੱਖਿਆ ਸੰਸਕਾਰਾਂ ਨਾਲ ਮੇਰੀ ਮੇਰੀ ਝੋਲੀ ਝੋਲੀ ਭਰਤੀ, ਕੋਲ ਬਿਠਾ ਕੇ ਸਿਖਾਉਂਦੀ ਸੀ ਗੁਰੂਆਂ ਦੀ ਬਾਣੀ। ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਹਣੀ, ਬਿਨਾਂ ਤੇਰੇ ਕੀ ਹੈ ਮੇਰੀ ਕਹਾਣੀ। ਨਾ ਮੁੜ ਕੇ ਆਂਦੀ ਦੀ ਨਜ਼ਰ ਉਤਾਰਨੀ, ਮੁੜ ਕੇ ਆਉਂਦੀ ਦੀ ਨਜ਼ਰ ਉਤਾਰਨੀ, ਭਰਨ ਜਾਂਦੀ ਸੀ ਕਦੇ ਜਦੋਂ ਮੈਂ ਖੂਹ ਤੇ ਪਾਣੀ। ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਹਣੀ। ਡੋਲੀ ਵੇਲੇ ਗਲ ਲੱਗ ਕੇ ਰੋਈਆਂ ਆਪਾਂ ਦੋਵੇਂ ਮਾਵਾਂ ਧੀਆਂ, ਡੋਲੀ ਵੇਲੇ ਗਲ ਲੱਗ ਰੋਈਆਂ ਆਪਾਂ ਦੋਵੇਂ ਮਾਵਾਂ ਧੀਆਂ, ਫਿਰ ਤੇਰੀ ਮੌਤ ਤੇ ਆਣਾ ਗਮਾਂ ਦੀ ਹਨੇਰੀ ਆਣੀ।
ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਤੇਰੀ ਟਾਹਣੀ। ਤੇਰੇ ਵਾਂਗੂ ਹੁਣ ਕੋਈ ਲਾਡ ਲਡਾਉਂਦਾ ਨਹੀਂ, ਤੇਰੇ ਵਾਂਗੂ ਹੁਣ ਕੋਈ ਲਾਡ ਲਡਾਉਂਦਾ ਨਹੀਂ, ਦੁੱਖ ਸੁੱਖ ਦੀ ਕਿਸੇ ਨਾਲ ਜੱਥੀ ਨਹੀਂ ਟਾਣੀ, ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਣੀ। ਪੇਕੇ ਜਾਣ ਨੂੰ ਹੁਣ ਮੇਰਾ ਦਿਲ ਨਹੀਂ ਉਹ ਕਰਦਾ, ਪੇਕੇ ਜਾਣ ਨੂੰ ਹੁਣ ਮੇਰਾ ਦਿਲ ਨਹੀਂ ਉਹ ਕਰਦਾ, ਭਾਬੀ ਨਾਲ ਉਲਝ ਜਾਂਦੀ ਹੈ ਵੀਰੇ ਦੀ ਤਾਣੀ, ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਣੀ। ਨਾ ਉਹ ਵਕਤ ਰਿਹਾ ਨਾ ਤੂੰ ਰਹੀ ਮਾਏ, ਨਾ ਉਹ ਵਕਤ ਰਿਹਾ ਨਾ ਤੂੰ ਰਹੀ ਮਾਏ, ਅੱਖ ਰੋ ਪੈਂਦੀ ਹੈ ਚੇਤੇ ਕਰ ਬੀਤੀ ਪੁਰਾਣੀ, ਮਾਂ ਮੈਂ ਤੇਰਾ ਹਿੱਸਾ, ਮੈਂ ਤੇਰੀ ਟਾਣੀ, ਬਿਨਾਂ ਤੇਰੇ ਕੀ ਹੈ ਮੇਰੀ ਕਹਾਣੀ। ਵਾਹ ਜੀ ਸੰਜੀਵ ਜੀ, ਬਹੁਤ ਵਧੀਆ ਜੀ। ਜੀ ਤੁਸੀਂ ਮਾਵਾਂ ਧੀਆਂ ਦੇ ਜਿਹੜੇ ਰਿਸ਼ਤੇ ਨੂੰ ਆਪਣੀ ਕਲਮ ਨਾਲ ਉਕੇਰਿਆ ਹੈ, ਜੀ। ਇਹ ਵਾਕਈ ਸਾਨੂੰ ਭਾਵੁਕ ਕਰ ਦਿੰਦੀ ਹੈ। ਜੀ ਜੀ ਬਹੁਤ ਵਧੀਆ ਕਵਿਤਾ ਹੈ ਜੀ। ਸੰਜੀਵ ਜੀ, ਤੁਹਾਡੇ ਜਿਹੜੇ ਲਿਖਣ ਦੇ ਵਿਸ਼ੇ ਹੁੰਦੇ ਨੇ, ਜੀ ਤੇ ਤੁਸੀਂ ਜ਼ਿਆਦਾਤਰ ਕਿਹੜਾ ਵਿਸ਼ਾ ਚੁਣਦੇ ਹੋ ਲਿਖਣ ਲਈ? ਦੇਖੋ, ਇੱਕ ਲਿਖਣ ਵਾਲਿਆਂ ਵਾਸਤੇ ਕੀ ਹੁੰਦਾ ਕਿ ਸਭ ਤੋਂ ਵੱਡਾ ਜਿਹੜਾ ਵਿਸ਼ਾ ਹੁੰਦਾ ਉਹ ਸਮਾਜ ਹੁੰਦਾ, ਜੀ ਕਿ ਜੋ ਅਸੀਂ ਦੇਖਦੇ ਹਾਂ, ਜੋ ਹੋ ਰਿਹਾ ਉਸ ਨੂੰ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਜੀ ਬਾਕੀ ਮੇਰੇ ਅਗਰ ਪਸੰਦੀਦਾ ਤੁਸੀਂ ਵਿਸ਼ੇ ਦੇਖੋ ਤਾਂ ਮੈਨੂੰ ਹੀਰਾਂ ਦਾ ਲਿਖਣਾ ਬੜਾ ਪਸੰਦ ਹੈ। ਜੀ ਠੀਕ ਹੈ ਜੀ ਤਾਂ ਰਾਂਝੇ ਦੀਆਂ 4 ਲਾਈਨਾਂ ਸੁਣਾ ਦੇਣਾ ਤੁਹਾਨੂੰ। ਜੀ ਜ਼ਰੂਰ ਜੀ। ਜੀ ਸੋ ਹੀਰ ਵਾਰਿਸ ਸ਼ਾਹ ਨੇ ਲਿਖੀ ਹੈ, ਸਾਰਿਆਂ ਨੂੰ ਪਤਾ ਹੈ। ਜੀ ਸੋ ਇੱਕ ਸ਼ੇਰ ਹੈ ਮੇਰਾ ਕਿ ਸੌਦਾ ਦਿਲ ਵਾਲਾ ਹੁੰਦਾ ਤੇ ਚੰਗਾ ਸੀ, ਪਿਆਰ ਰੂਹ ਨਾਲ ਹੁੰਦਾ ਤੇ ਚੰਗਾ ਸੀ। ਸੌਦਾ ਦਿਲ ਵਾਲਾ ਹੁੰਦਾ ਤੇ ਚੰਗਾ ਸੀ, ਪਿਆਰ ਰੂਹ ਨਾਲ ਹੁੰਦਾ ਤੇ ਚੰਗਾ ਸੀ। ਹੀਰ ਬਣ ਕੇ ਜੇ ਤੂੰ ਵੇਖ ਲੈਂਦੀ, ਵਾਰਿਸ ਵਰਗਾ ਹੁੰਦਾ ਤੇ ਚੰਗਾ ਸੀ। ਵਾਹ ਜੀ ਵਾਹ, ਬਹੁਤ ਵਧੀਆ ਜੀ। ਸੰਜੀਵ ਜੀ, ਜੀ। ਤੁਹਾਡੇ ਕਿੰਨੇ ਕੋ ਗੀਤ ਰਿਕਾਰਡ ਹੋ ਚੁੱਕੇ ਨੇ? ਤੇ ਬਹੁਤ ਸਾਰੇ ਗਾਣੇ ਹੈਗੇ ਨੇ ਜਿਹੜੇ ਰਿਕਾਰਡਡ ਨੇ, ਜੀ ਤੇ ਜਿਨ੍ਹਾਂ ਚ ਹੁਣੇ ਰੀਸੈਂਟਲੀ ਅਸੀਂ ਰਿਕਾਰਡ ਕੀਤਾ ਸਰਦਾਰ ਅਲੀ ਸਲਾਮਤ ਜੀ ਦਾ ਇੱਕ ਡਿਊਟ Song ਕੀਤਾ, ਜੀ ਔਰ ਸਲਾਮਤ ਅਲੀ ਜੀ ਦਾ ਇੱਕ ਸਿੰਗਲ ਟਰੈਕ ਹੈਗਾ, ਬਟ ਉਹ ਅਜੇ ਮਾਰਕੀਟ 'ਚ ਨਹੀਂ ਆਇਆ, ਅੱਛਾ ਤੇ ਜੀ। ਜਲਦੀ ਤੁਹਾਨੂੰ ਸੁਣਨ ਤੋਂ ਜੀ। ਮਿਲੇਗਾ। ਹੋਰ ਕਿਹੜੇ ਕਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਕੰਮ ਕੀਤਾ ਜੀ? ਔਰ ਸਿਮਰਪ੍ਰੀਤ ਜੀ ਨੇ ਲੁਧਿਆਣਾ ਤੋਂ, ਜੀ ਜਮੀਲ ਅਖਤਰ ਜੀ ਨੇ ਤੋਂ ਫਗਵਾੜਾ ਤੋਂ, ਜੀ ਠੀਕ ਹੈ ਜੀ। ਫਿਰ ਸਿਕੰਦਰ ਸਾਹਿਬ ਨੇ, ਸਰਦੂਲ ਸਿਕੰਦਰ ਜੀ। ਜੀ ਜੀ ਸੰਜੀਵ ਜੀ, ਇਹ ਤਾਂ ਹੋਈ ਵੱਡੇ ਦਰਸ਼ਕਾਂ ਲਈ ਗੱਲ। ਜੀ 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 ਸਾਡੇ ਇੱਕ ਛੋਟੇ ਛੋਟੇ ਦਰਸ਼ਕ ਵੀ ਬੈਠੇ ਨੇ ਜਿਹੜੇ ਸਾਨੂੰ ਦੇਖ ਰਹੇ ਹੋ, ਕਿ ਤੁਸੀਂ ਛੋਟੇ ਛੋਟੇ ਦਰਸ਼ਕਾਂ ਲਈ, ਬੱਚਿਆਂ ਲਈ ਵੀ ਕੁਝ ਕਰਦੇ ਹੋ, ਕੁਝ ਲਿਖਦੇ ਹੋ? ਹਾਂਜੀ ਬਿਲਕੁਲ, ਅਸੀਂ ਬਾਲ ਸਾਹਿਤ ਲਿਖਦੇ ਹਾਂ, ਜੀ ਤੇ ਸਾਡਾ ਇੱਕ ਮੈਗਜ਼ੀਨ ਹੈ ਤਨੀਸ਼ਾ, ਜੀ ਤੁਸੀਂ ਪੜਿਆ ਹੋਵੇਗਾ ਅਗਰ, ਜੀ ਹਾਂਜੀ ਤੇ ਉਹ ਤਨੀਸ਼ਾ ਮੈਗਜ਼ੀਨ ਸਾਡਾ ਅਸੀਂ ਪਿਛਲੇ 6 ਸਾਲ ਤੋਂ ਚਲਾ ਰਹੇ ਹਾਂ ਉਸਨੂੰ। ਜੀ। ਹਰ ਤੀਸਰੇ ਮਹੀਨੇ ਉਹਦਾ ਅੰਕ ਆਉਂਦਾ। ਜੀ। ਸੋ ਉਹ ਬਾਲ ਪੁਸਤਕ ਹੈਗੀ ਹੈ, ਤੇ ਕੁਝ ਬੱਚਿਆਂ ਦੀਆਂ ਕਿਤਾਬਾਂ ਮੇਰੀਆਂ ਇੰਡੀਵਿਜੂਅਲ ਆ ਰਹੀਆਂ, ਅੱਛਾ ਤੇ ਜੀ। ਉਹ ਇੰਗਲਿਸ਼ ਔਰ ਪੰਜਾਬੀ ਚ ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ। ਅੱਛਾ ਜੀ, ਤੁਸੀਂ ਸਾਡੇ ਬੱਚਿਆਂ ਨੂੰ ਕੋਈ ਕਵਿਤਾ ਸੁਣਾਓਗੇ? ਜੀ ਬਿਲਕੁਲ, ਮੈਂ ਤੁਹਾਨੂੰ ਸੁਣਾ ਦਿੰਦਾ, ਬੱਚਿਆਂ ਵਾਲੀ ਕਵਿਤਾ ਸੁਣਾ ਦਿੰਦਾ। ਜੀ ਹਾਂਜੀ ਚੂਹਿਆਂ ਦੇ ਉੱਤੇ ਨਾਰਮਲੀ ਅਸੀਂ ਘਰਾਂ 'ਚ ਦੇਖਦੇ ਹਾਂ। ਜੀ, ਬੱਚਿਆਂ ਦਾ ਨਾ ਫੇਵਰੇਟ ਕਾਰਟੂਨ ਕੈਰੈਕਟਰ ਹੈ ਜੀ। ਬਿਲਕੁਲ ਬਿਲਕੁਲ, ਟੌਮ ਐਂਡ ਜੈਰੀ। ਜੀ ਹਾਂਜੀ। ਸੋ ਚੂਹਿਆਂ ਦੀ ਕਵਿਤਾ ਹੈ ਕਿ ਚਿੱਟੇ ਚੂਹੇ ਕਾਲੇ ਚੂਹੇ, ਚਿੱਟੇ ਚੂਹੇ ਕਾਲੇ ਚੂਹੇ, ਪੂਰੇ ਰੰਗ ਦੇ ਬਾਲੇ ਚੂਹੇ। ਵਾਹ ਜੀ, ਬਾਲੇ ਚੂਹੇ, ਕਿੰਨੇ ਸਾਰੇ ਚੂਹੇ। ਬਿਲਕੁਲ ਪੂਰੇ ਰੰਗ ਦੇ ਅਸੀਂ ਆਮ ਦੇਖਦੇ ਹਾਂ ਘਰਾਂ ਦੇ ਜੀ। ਵਿੱਚ, ਤੇ ਚਿੱਟੇ ਕਾਲੇ ਘੱਟ ਦੇਖਦੇ ਆ। ਜੀ ਕਿ ਚਿੱਟੇ ਚੂਹੇ ਕਾਲੇ ਚੂਹੇ, ਪੂਰੇ ਰੰਗ ਦੇ ਬਾਲੇ ਚੂਹੇ, ਲੰਬੀ ਪੂੰਛ ਲੰਬੀ ਮੂੰਛ। ਲੰਬੀ ਪੂਛ ਲੰਬੀ ਮੂੰਛ। ਜੀ, ਲੰਬੀ ਪੂੰਛ ਲੰਬੀ ਮੂੰਛ, ਜਿੰਨੇ ਨਿੱਕੇ ਉਨੇ ਹੀ ਤਿੱਖੇ। ਜੀ, ਜਿੰਨੇ ਨਿੱਕੇ ਉਨੇ ਹੀ ਤਿੱਖੇ। ਜੀ ਜੀ। ਵਾਹ ਜੀ ਵਾਹ। ਨਾ ਪਲਾਂ ਚ ਇੱਥੇ ਪਲਾਂ ਚੌਥੇ, ਬਿੱਲੀ ਦੇ ਵੀ ਬਸ ਨਾ ਆਵਣ, ਕੁਤਰ ਕੁਤਰ ਸੁੱਟੀ ਜਾਵਣ, ਚੰਗੀ ਤਰ੍ਹਾਂ ਕੁਛ ਨਾ ਖਾਵਣ। ਜੀ ਨਾ ਮੰਮੀ ਰੋਜ਼ ਇਹਨਾਂ ਨੂੰ ਫੜਨੇ ਦੀਆਂ ਜੁਗਤਾਂ ਲੜਾਵੇ, ਪਰ ਇਹ ਸ਼ੈਤਾਨ ਕਦੇ ਮੰਮੀ ਦੇ ਹੱਥ ਹੱਥ ਨਾ ਆਵੇ। ਨਾ ਗਣੇਸ਼ ਜੀ ਦੀ ਹੈ ਸਵਾਰੀ, ਮੂਸ਼ਕ ਕਹਿੰਦੀ ਦੁਨੀਆ ਸਾਰੀ, ਚਿੱਟੇ ਚੂਹੇ ਕਾਲੇ ਚੂਹੇ, ਪੂਰੇ ਰੰਗ ਦੇ ਬਾਲੇ ਚੂਹੇ। ਵਾਹ ਜੀ, ਬਹੁਤ ਵਧੀਆ ਜੀ। ਚਿੱਟੇ ਚੂਹੇ ਕਾਲੇ ਚੂਹੇ, ਪੂਰੇ ਰੰਗ ਦੇ ਬਾਲੇ ਚੂਹੇ। ਸਾਡੇ ਜੀ। ਛੋਟੇ ਦਰਸ਼ਕਾਂ ਨੂੰ ਤੁਹਾਡੀ ਕਵਿਤਾ ਬਹੁਤ ਹੀ ਜੀ, ਪਸੰਦ ਜੀ। ਆਈ ਹੋਏਗੀ ਜੀ। ਹਾਂਜੀ ਸੰਜੀਵ ਜੀ, ਜੀ ਤੁਹਾਨੂੰ ਮਾਨ ਸਨਮਾਨ ਅੱਜ ਤੱਕ ਕਿੰਨਾ ਕੁ ਮਿਲਿਆ ਹੈ, ਜਿੱਦਾਂ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਤੁਹਾਨੂੰ ਕਿੰਨਾ ਪਿਆਰ ਦਿੰਦੇ ਰਹੇ ਨੇ? ਜੀ ਬਿਲਕੁਲ, ਦੇਖੋ
ਜਿੱਥੇ ਵੀ ਜਾਂਦੇ ਆ ਉੱਥੇ ਮਾਨ ਸਨਮਾਨ ਹੋ ਹੀ ਜਾਂਦਾ ਜੀ ਤੇ ਇੱਕ ਮਤਲਬ ਇੱਕ ਮਾਤਾ ਕਮਲਜੀਤ ਕੌਰ ਯਾਦਗਾਰੀ ਅਵਾਰਡ ਸ਼ੁਰੂ ਹੋਏ ਸਨ ਤਾਂ ਉਹ ਸਭ ਤੋਂ ਪਹਿਲਾ ਅਵਾਰਡ ਮੈਨੂੰ ਮਿਲਿਆ ਜੀ ਤੇ ਉਹ ਪਿਛਲੇ ਸਾਲ ਹੀ ਮਿਲਿਆ, ਮਤਲਬ ਜਨਵਰੀ ਦੇ ਵਿੱਚ ਮਿਲਿਆ ਸੀਗਾ। ਜੀ ਮੁਬਾਰਕਾਂ। ਜੀ ਜੀ, ਉਹ ਤਨੀਸ਼ਾ ਅਦਾਰੇ ਵੱਲੋਂ ਮੈਨੂੰ ਦਿੱਤਾ ਗਿਆ। ਜੀ ਜੀ, ਤਨੀਸ਼ਾ ਅਦਾਰਾ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਇੱਕ ਬਾਲ ਸਾਹਿਤ ਦਾ ਹਾਂਜੀ ਮੈਗਜ਼ੀਨ ਹੈ ਤਾਂ ਤਨੀਸ਼ਾ ਟਰਸਟ ਜੀ। ਵੱਲੋਂ। ਸ਼ਰਮਾ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕੁਝ ਦੱਸੋ ਜੀ। ਜੀ, ਬਹੁਤ ਸਾਰੇ ਪ੍ਰੋਜੈਕਟ ਹੈਗੇ ਜਿਹੜੇ ਲਾਈਨ ਅਪ ਨੇ। ਜੀ। ਅਸੀਂ ਕੰਪਨੀ ਸਟਾਰਟ ਕੀਤੀ ਹੈ ਜੀ ਮਿਊਜ਼ਿਕ ਵੀਲਸ ਕੰਪਨੀ ਦਾ ਨਾਮ ਹੈ। ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਸ ਕੰਪਨੀ ਤੋਂ ਬਹੁਤ ਸਾਰੇ ਨਵੇਂ ਪ੍ਰੋਜੈਕਟ ਦੇਖਣ ਨੂੰ ਮਿਲਣਗੇ। ਬਹੁਤ ਪੰਜਾਬੀ ਸੌਂਗਸ, ਟੈਲੀਫਿਲਮਸ, ਹਿੰਦੀ ਸੌਂਗਸ, ਹਿੰਦੀ ਟੈਲੀਫਿਲਮਸ। ਜੀ। ਸੋ ਉਸ ਤੇ ਅਸੀਂ ਕੰਮ ਕਰ ਰਹੇ ਹਾਂ। ਜੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਤੇ ਸਾਡੇ ਸਟੂਡੀਓ ਉਡੀਕਾ ਪ੍ਰੋਗਰਾਮ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਜੀ, ਧੰਨਵਾਦ। ਫਿਰ ਨਵੇਂ ਚਿਹਰੇ ਦੇ ਨਾਲ ਮਿਲਾਂਗੇ, ਤਦ ਤੱਕ ਧੰਨਵਾਦ। ਉਡੀਕਾਂ